ਵੈਲਕਮ ਸਟੂਡੈਂਟਸ। ਅਸੀਂ ਕਰੈਕਟਰਿਸਟਿਕਸ ਤੇ ਆਬਜੈਕਟਿਵਸ ਮੀਨਿੰਗ ਸਪੈਸ਼ਲ ਐਜੂਕੇਸ਼ਨ ਦਾ ਕਰ ਚੁੱਕੇ। ਅੱਜ ਅਸੀਂ ਕਰਾਂਗੇ ਇੰਪੋਰਟੈਂਸ ਆਫ ਸਪੈਸ਼ਲ ਐਜੂਕੇਸ਼ਨ। ਲੌਂਗ ਕੁਐਸਚਨ ਆ ਤੁਹਾਡਾ, ਥੋੜੀ ਜਿਹੀ ਵੀਡੀਓ ਲੰਬੀ ਆ, ਤਾਂ ਇਸ ਲਈ ਧਿਆਨ ਨਾਲ ਸੁਣਨਾ ਹੈ, ਤੁਸੀਂ ਸਮਝਣਾ ਹੈ ਟੌਪਿਕ। ਤੇ ਜਿਹੜੇ ਪੰਜਾਬੀ ਮੀਡੀਅਮ ਵਾਲੇ ਨੇ ਤੁਸੀਂ ਟਰਾਂਸਲੇਟ ਕਰ ਸਕਦੇ ਹੋ, ਕਿਉਂਕਿ ਮੈਂ ਜਿਹੜੀ ਸਮਝਾਤਾ ਪੰਜਾਬੀ ਮੀਡੀਅਮ 'ਚ ਰਹੀ ਹਾਂ, ਤਾਂ ਪੰਜਾਬੀ ਮੀਡੀਅਮ ਵਾਲੇ ਨੇ ਜਿਹੜੇ ਉਹ ਹੈਡਿੰਗ ਉਤਾਰ ਕੇ ਤੁਸੀਂ ਟਰਾਂਸਲੇਟ ਕਰ ਲਿਓ। ਪਹਿਲਾ ਹੈਡਿੰਗ ਹੈ ਇਹਦੇ ਵਿੱਚ ਹੈਲਪਫੁਲ ਟੂ ਕੇਟਰ देयर ਸਪੈਸ਼ਲ ਨੀਡਸ। ਹੁਣ ਅਸੀਂ ਦੇਖਦੇ ਹਾਂ ਕਿ ਸਪੈਸ਼ਲ ਜਿਹੜੀ ਸਿੱਖਿਆ ਹੈ ਉਸ ਦਾ ਮਹੱਤਵ ਕੀ ਆ। ਪਹਿਲੇ ਤਾਂ ਹੈਗਾ ਕਿ ਉਹ ਇਹ ਸਿੱਖਿਆ ਹੈ ਜਿਹੜੀ ਉਹ ਸਪੈਸ਼ਲ ਜ਼ਰੂਰਤਾਂ ਨੂੰ ਪੂਰੀਆਂ ਕਰਨ ਵਾਲੀ ਹੁੰਦੀ ਹੈ। ਪਹਿਲਾ ਮਹੱਤਵ ਇਹੀ ਆ, ਪਹਿਲੀ ਇੰਪੋਰਟੈਂਸ ਇਹੀ ਆ ਕਿ ਜਿਹੜੇ ਐਕਸੈਪਸ਼ਨਲ ਚਿਲਡਰਨ ਨੇ ਉਹਨਾਂ ਦੀਆਂ ਸਪੈਸ਼ਲ ਜ਼ਰੂਰਤਾਂ ਹੁੰਦੀਆਂ ਨੇ। ਇਹਨਾਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਜਿਹੜਾ ਹੈ ਉਹ ਸਪੈਸ਼ਲ ਸਿੱਖਿਆ ਦਿੱਤੀ ਜਾਂਦੀ ਹੈ। ਸਪੈਸ਼ਲ ਕਲਾਸਿਸ ਆਰ ਨੈਸੈਸਰੀ ਫਾਰ ਬੈਕਵਰਡ ਚਿਲਡਰਨ ਬਿਕੋਜ਼ ਦੇ ਰਿਕੁਆਇਰ ਸਪੈਸੀਫਿਕ ਟ੍ਰੇਨਿੰਗ ਮੈਥਡਸ। ਜਿਹੜੇ ਬੈਕਵਰਡ ਚਿਲਡਰਨ ਹੁੰਦੇ ਨੇ ਉਹਨਾਂ ਨੂੰ ਸਪੈਸ਼ਲ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਹੈ, ਕਿਉਂਕਿ ਉਹਨਾਂ ਨੂੰ ਸਪੈਸੀਫਿਕ ਟੀਚਿੰਗ ਮੈਥਡਸ ਦੀ ਰਿਕੁਆਇਰਮੈਂਟ ਹੁੰਦੀ ਆ, ਜ਼ਰੂਰਤ ਹੁੰਦੀ ਆ ਉਹਨਾਂ ਨੂੰ। ਟੈਲੈਂਟਡ ਔਰ ਗਿਫਟਡ ਚਿਲਡਰਨ ਆਲਸੋ ਫੇਸ ਡਿਫਿਕਲਟੀਜ਼ ਇਨ ਐਡਜਸਟਿੰਗ ਦੈਮਸੈਲਵਸ ਵਿਦ ਐਵਰੇਜ ਚਿਲਡਰਨ। ਜਿਹੜੇ ਗਿਫਟਡ ਜਾਂ ਟੈਲੈਂਟਡ ਸਟੂਡੈਂਟਸ ਹੁੰਦੇ ਨੇ, ਬੱਚੇ ਹੁੰਦੇ ਨੇ, ਉਹਨਾਂ ਨੂੰ ਵੀ ਨਾਰਮਲ ਬੱਚਿਆਂ ਨਾਲ ਐਡਜਸਟ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਐਵਰੇਜ ਸਟੂਡੈਂਟਸ ਨਾਲ ਜਿਹੜਾ ਐਡਜਸਟ ਨਹੀਂ ਕੀਤੇ ਜਾ ਸਕਦੇ। ਉਹ ਬਿਲੋਂਗ ਟੂ ਅ ਹਾਇਰ IQ ਗਰੁੱਪ, ਕਿਉਂਕਿ ਉਹ ਹਾਇਰ IQ ਗਰੁੱਪ ਨਾਲ ਸੰਬੰਧਿਤ ਨੇ। ਦੇ ਡੂ ਨਾਟ ਫਾਈਂਡ ਐਨੀ ਸਕੋਪ ਟੂ ਐਕਸਰਸਾਈਜ਼ ਦੇਅਰ ਕੋਗਨੀਟਿਵ ਐਬਿਲਿਟੀਜ਼। ਉਹਨਾਂ ਨੂੰ ਕੋਈ ਖੇਤਰ ਅਜਿਹਾ ਨਹੀਂ ਲੱਭਦਾ। ਜਿਹੜੀ ਨਾਰਮਲ ਬੱਚਿਆਂ ਦੀ ਜਿਹੜੀ ਅਸੀਂ ਐਜੂਕੇਸ਼ਨ ਪ੍ਰੋਵਾਈਡ ਕਰਦੇ ਹਾਂ ਉਹਦੇ ਵਿੱਚ ਗਿਫਟਡ ਜਾਂ ਟੈਲੈਂਟਡ ਬੱਚੇ ਨੇ ਜਿਹੜੇ ਐਡਜਸਟ ਇਸ ਲਈ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਦੀ ਜਿਹੜੀ ਕੋਗਨੀਟਿਵ ਐਬਿਲਿਟੀਜ਼ ਹੁੰਦੀਆਂ ਨੇ ਉਹ ਜ਼ਿਆਦਾ ਹੁੰਦੀਆਂ ਨੇ, ਬੌਧਿਕ ਗਿਆਨ ਜ਼ਿਆਦਾ ਹੁੰਦਾ ਉਹਨਾਂ ਕੋਲ ਯੋਗਤਾਵਾਂ ਜ਼ਿਆਦਾ ਹੁੰਦੀਆਂ ਨੇ। ਉਹ ਜਿਹੜਾ ਹੈ ਉਹ ਫ੍ਰੀ ਬੈਠ ਨਹੀਂ ਸਕਦੇ ਕਿਉਂਕਿ ਉਹ ਬਹੁਤ ਤੇਜ਼ ਜਿਹੜਾ ਇਹ ਦਿਮਾਗ ਰੱਖਦੇ ਨੇ। ਦੇ ਆਲਸੋ ਫੀਲ ਦਾ ਟਾਸਕ ਆਰ ਵੈਰੀ ਈਜ਼ੀ। ਉਹ ਹਰੇਕ ਚੀਜ਼ ਨੂੰ ਈਜ਼ੀ ਢੰਗ ਨਾਲ ਦੇਖਦੇ ਨੇ ਅਤੇ ਬੜੀ ਛੇਤੀ ਸੋਲਵ ਕਰਕੇ ਵਿਹਲੇ ਹੋ ਜਾਂਦੇ ਨੇ। ਇੱਥੇ ਹੀ ਪ੍ਰੋਬਲਮ ਸ਼ੁਰੂ ਹੁੰਦੀ ਆ ਕਿ ਜਿਹੜੇ ਇਸ ਤਰ੍ਹਾਂ ਦੇ ਟੈਲੈਂਟਡ ਚਾਈਲਡ ਨੇ ਉਹ ਅਗਲਾ ਰੈਸਟ ਜਿਹੜਾ ਸਮਾਂ ਹੈ ਉਹਨਾਂ ਦਾ ਬਾਕੀ ਸਮਾਂ ਹੈ ਉਸ ਨੂੰ ਕਿਸ ਤਰ੍ਹਾਂ ਬਿਤਾਉਣ। ਟੀਚਰ ਕੰਟੀਨਿਊਜ਼ ਦਾ ਸੇਮ ਟਾਸਕ ਫਾਰ ਦਾ ਐਵਰੇਜ ਚਾਈਲਡ। ਜਿਹੜਾ ਟੀਚਰ ਆ ਉਹ ਐਵਰੇਜ ਬੱਚਿਆਂ ਲਈ ਉਹ ਜਿਹੜੀ ਕੁਐਸਚਨ ਆ ਜਾਂ ਉਹ ਟਾਸਕ ਆ ਜਿਹੜਾ ਉਹ ਸਵਾਲ ਆ ਜਿਹੜਾ ਉਸ ਨੂੰ ਕੰਟੀਨਿਊ ਰੱਖਦਾ ਏ। ਤਾਂ ਜਿਹੜੇ ਟੈਲੈਂਟਡ ਚਿਲਡਰਨ ਹੁੰਦੇ ਨੇ ਇਸ ਤੋਂ ਉਹ ਬੋਰ ਹੋ ਜਾਂਦੇ ਨੇ, ਤਾਂ ਇਹਦੇ ਨਾਲ ਉਹ ਸ਼ਰਾਰਤਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ। ਆਲਸੋ ਦਾ ਕਰੀਕੁਲਮ ਮੀਨਟ ਫਾਰ ਐਵਰੇਜ ਚਿਲਡਰਨ ਇਜ਼ ਟੂ ਸਿੰਪਲ ਐਂਡ ਗੈਟਸ ਮੋਨੋਟੋਨਸ ਫਾਰ ਦਾ ਗਿਫਟਡ ਚਿਲਡਰਨ। ਤਾਂ ਕਰੀਕੁਲਮ ਵੀ ਬਹੁਤ ਸੌਖਾ ਹੁੰਦਾ। ਗਿਫਟਡ ਬੱਚੇ ਨੇ ਜਿਹੜੇ ਉਹ ਹਾਸੀ ਮਜ਼ਾਕ ਦੇ ਵਿੱਚ ਹੀ ਜਿਹੜਾ ਕਰੀਕੁਲਮ ਨੂੰ ਲੈ ਲੈਂਦੇ ਨੇ। ਹੇਅਰ ਦਾ ਟੈਲੈਂਟਡ ਚਿਲਡਰਨ ਡੂ ਨਾਟ ਗੈਟ ਐਨੀ ਕਾਈਂਡ ਆਫ ਸਿਮੂਲੇਸ਼ਨ ਐਂਡ ਹੈਂਸ ਦੇ ਲੂਜ਼ ਇੰਟਰਸਟ ਇਨ ਸਟੱਡੀਜ਼ ਵਾਈਲ ਸਪੈਸ਼ਲ ਐਜੂਕੇਸ਼ਨ ਪ੍ਰੋਵਾਈਡਸ ਦੈਮ ਨੈਸੈਸਰੀ ਸਿਮੂਲੇਸ਼ਨ ਐਂਡ ਐਨਹਾਂਸਿਸ ਦੇਅਰ ਐਬਿਲਿਟੀਜ਼। ਤਾਂ ਨਾਰਮਲ ਪ੍ਰੋਗਰਾਮ ਦੇ ਵਿੱਚ ਇਸ ਤਰ੍ਹਾਂ ਦੇ ਬੱਚੇ ਨੇ ਜਿਹੜੇ ਉਹ ਰਸਤਾ ਭਟਕ ਜਾਂਦੇ ਨੇ, ਅਤੇ ਜਿਹੜਾ ਇਸੇ ਲਈ ਇਹਨਾਂ ਨੂੰ ਸਪੈਸ਼ਲ ਐਜੂਕੇਸ਼ਨ ਦਾ ਪ੍ਰੋਗਰਾਮ ਆ ਜਿਹੜਾ ਉਹ ਦਿੱਤਾ ਜਾਂਦਾ ਹੈ। ਸਿਮਿਲਰਲੀ ਵਿਜ਼ੂਅਲੀ ਇੰਪੇਅਰਡ ਹੀਅਰਿੰਗ ਇੰਪੇਅਰਡ ਚਿਲਡਰਨ ਡੂ ਨਾਟ ਗੈਟ ਸਪੈਸੀਫਿਕ ਐਂਡ ਸਪੈਸ਼ਲ ਟਰੀਟਮੈਂਟ ਐਟ ਰੈਗੂਲਰ ਕਲਾਸਿਸ। ਤਾਂ ਇਸੇ ਤਰ੍ਹਾਂ ਦੂਜੀਆਂ ਡਿਸੇਬਿਲਿਟੀਜ਼ ਵਾਲੇ ਬੱਚੇ ਨੇ ਜਿਹੜੇ ਉਹਨਾਂ ਨੂੰ ਆਪਣੀਆਂ ਜ਼ਰੂਰਤਾਂ ਜਿਹੜੀਆਂ ਨੇ ਸਧਾਰਨ ਕਲਾਸਰੂਮ ਦੇ ਵਿੱਚ ਪੂਰੀਆਂ ਨਜ਼ਰ ਨਹੀਂ ਆਉਂਦੀਆਂ ਹੁੰਦੀਆਂ, ਇਸ ਲਈ ਉਹਨਾਂ ਲਈ ਸਪੈਸ਼ਲ ਜਿਹੜੀ ਐਜੂਕੇਸ਼ਨ ਦਾ ਪ੍ਰੋਵੀਜ਼ਨ ਰੱਖਿਆ ਗਿਆ ਹੈ। ਸਪੈਸ਼ਲ ਹੈਲਪਫੁਲ ਟੂ ਡਿਵੈਲਪ ਦਾ ਟੈਲੈਂਟਸ ਆਫ ਗਿਫਟਡ ਚਿਲਡਰਨ। ਜਿਹੜੀ ਸਪੈਸ਼ਲ ਐਜੂਕੇਸ਼ਨ ਆ ਉਹ ਗਿਫਟਡ ਬੱਚਿਆਂ ਦਾ ਜਿਹੜਾ ਇਹ ਟੈਲੈਂਟ ਆ ਉਸ ਨੂੰ ਡਿਵੈਲਪ ਕਰਨ ਵਾਲੀ ਹੁੰਦੀ ਆ। In special class of gifted children, every student feels that he is not superior alone.
ਤਾਂ ਗਿਫਟਡ ਦੀ ਜੇ ਕਲਾਸ ਹੀ ਅਲੱਗ ਹੋਵੇ ਤਾਂ ਕੋਈ ਵੀ ਇੱਕ ਬੱਚਾ ਇਹ ਨਹੀਂ ਕਹਿ ਸਕਦਾ ਕਿ ਮੈਂ ਸਾਰਿਆਂ ਤੋਂ ਵਧੀਆ ਸੁਪੀਰੀਅਰ ਹਾਂ, ਮੈਂ ਇਕੱਲਾ ਹੀ ਸੁਪੀਰੀਅਰ ਹਾਂ, ਬਾਕੀ ਸਾਰੇ ਨੇ ਜਿਹੜੇ ਉਹ ਮੇਰੇ ਤੋਂ ਨੀਚੇ ਨੇ। ਤਾਂ ਇਸ ਤਰ੍ਹਾਂ ਨਾਲ ਜਦੋਂ ਇੱਕੋ ਕੈਟਾਗਰੀ ਦੇ ਬੱਚੇ ਇਕੱਠੇ ਹੋਣਗੇ ਤਾਂ ਉੱਥੇ ਕੀ ਆ, ਬਾਕੀ ਬੱਚਿਆਂ ਦੇ ਮੁਕਾਬਲੇ ਦੇ ਵਿੱਚ ਆਉਣ ਨਾਲ ਜਿਹੜਾ ਇਸ ਤਰ੍ਹਾਂ ਦੇ ਸਟੂਡੈਂਟ ਨੇ ਉਹਨਾਂ ਦੇ ਵਿੱਚ ਕੌਨਫੀਡੈਂਸ ਡਿਵੈਲਪ ਹੁੰਦਾ ਹੈ ਅਤੇ ਉਹਨਾਂ ਦੇ ਵਿੱਚ ਕੰਪੀਟੀਸ਼ਨ ਦੀ ਭਾਵਨਾ ਆਉਂਦੀ ਆ। ਸਪੈਸ਼ਲ ਕਲਾਸਿਸ ਆਲਸੋ ਪ੍ਰੋਵਾਈਡ ਸਪੈਸ਼ਲ ਓਪਰਚੁਨਿਟੀਜ਼ ਫਾਰ ਡਿਵੈਲਪਿੰਗ ਲੀਡਰਸ਼ਿਪ ਇਨ ਸਪੈਸ਼ਲ ਬ੍ਰਾਂਚਿਸ। ਤਾਂ ਲੀਡਰਸ਼ਿਪ ਦੀਆਂ ਕੁਆਲਿਟੀਜ਼ ਨੇ ਜਿਹੜੀਆਂ ਇਹ ਵੀ ਆਉਂਦੀਆਂ ਨੇ। ਦੇਅਰ ਮੇ ਬੀ ਸਮ ਚਿਲਡਰਨ with special nearest in poetry, drama, games and in other branches of knowledge with the same group। ਤਾਂ ਇੱਕੋ ਹੀ ਗਰੁੱਪ ਦੇ ਵਿੱਚ ਕਈ ਤਰ੍ਹਾਂ ਦੇ ਇੰਟਰਸਟ ਰੱਖਣ ਵਾਲੇ ਬੱਚੇ ਹੁੰਦੇ ਨੇ ਤਾਂ ਉਹਨਾਂ ਦਾ ਆਪਸ ਦੀ ਕਮਿਊਨੀਕੇਸ਼ਨ ਆ ਜਿਹੜੀ ਉਹਦੇ ਨਾਲ ਬੱਚੇ ਜਿਹੜੇ ਨੇ ਉਹ ਰੁੱਝੇ ਰਹਿੰਦੇ ਨੇ ਅਤੇ ਚੰਗੀ ਲਰਨਿੰਗ ਆ ਜਿਹੜੀ ਉਹਨਾਂ ਦੀ ਹੁੰਦੀ ਆ। ਪ੍ਰੋਪਰ ਐਨਕਰੇਜਮੈਂਟ ਐਂਡ ਟ੍ਰੇਨਿੰਗ ਅੰਡਰ ਸਪੈਸ਼ਲ ਪ੍ਰੋਗਰਾਮਸ ਆਫ ਐਜੂਕੇਸ਼ਨ ਮੇ ਵੀ ਹੈਲਪ them in the long run। ਜਿਹੜੀ ਇਸ ਤਰ੍ਹਾਂ ਦੇ ਬੱਚਿਆਂ ਵਾਸਤੇ ਸਪੈਸ਼ਲ ਪ੍ਰੋਗਰਾਮ ਅਤੇ ਸਪੈਸ਼ਲ ਜਿਹੜੀ ਆ ਟ੍ਰੇਨਿੰਗ ਆ ਜਿਹੜੀ ਉਹ ਇਹਨਾਂ ਨੂੰ ਪ੍ਰੇਰਿਤ ਕਰਦੀ ਹੈ। ਫਿਰ ਅੱਗੇ ਹੈਗਾ ਹੈਲਪਫੁਲ ਇਨ ਰੈਗੂਲਰ ਕਲਾਸ ਟੀਚਰਸ, ਹੈਲਪਫੁਲ ਟੂ ਰੈਗੂਲਰ ਕਲਾਸ ਟੀਚਰਸ। ਜਿਹੜੀ ਸਪੈਸ਼ਲ ਐਜੂਕੇਸ਼ਨ ਆ ਉਹ ਗ੍ਰੇਟ ਹੈਲਪ ਆ ਰੈਗੂਲਰ ਕਲਾਸ ਟੀਚਰਸ ਲਈ, ਕਿਉਂਕਿ ਜਿਹੜੇ ਇੰਡੀਵਿਜੂਅਲ ਡਿਫਰੈਂਸਿਸ ਨੇ ਟੀਚਰ ਨੂੰ ਫੇਸ ਕਰਨੇ ਪੈਂਦੇ ਨੇ ਕਲਾਸਰੂਮ ਦੇ ਵਿੱਚ। ਤਾਂ ਜੇ ਸਪੈਸ਼ਲ ਬੱਚਿਆਂ ਲਈ ਸਪੈਸ਼ਲ ਕਲਾਸ ਹੋਊਗੀ ਤਾਂ ਐਵਰੇਜ ਸਟੂਡੈਂਟ ਨੇ ਜਿਹੜੇ ਉਹਨਾਂ ਨੂੰ ਪੜ੍ਹਾਉਣਾ ਹੈ ਜਿਹੜਾ ਉਹ ਬਹੁਤ ਸੌਖਾ ਹੋ ਜਾਂਦਾ ਹੈ, ਕਿਉਂਕਿ ਇੱਕੋ ਹੀ ਕੈਟਾਗਰੀ ਦੇ ਬੱਚੇ ਨੇ ਜਿਹੜੇ ਉਹ ਆਮ ਕਲਾਸਾਂ ਦੇ ਵਿੱਚ ਰਹਿ ਜਾਂਦੇ ਨੇ। ਦਾ ਰੈਗੂਲਰ ਟੀਚਰ ਫੇਸ ਵੇਰੀਅਸ ਪ੍ਰੋਬਲਮਸ ਇਨ ਹੈਟਰੋਜੀਨੀਅਸ ਕਲਾਸਿਸ। ਤਾਂ ਅਲੱਗ-ਅਲੱਗ ਤਰ੍ਹਾਂ ਦੇ ਬੱਚੇ ਜਿਹੜੇ ਹੁੰਦੇ ਨੇ ਉਹਨਾਂ ਦੀ ਕਲਾਸ ਦੇ ਵਿੱਚ ਅਧਿਆਪਕ ਆ ਜਿਹੜਾ ਬਹੁਤ ਸਾਰੀਆਂ ਪ੍ਰੋਬਲਮਸ ਨੂੰ ਫੇਸ ਕਰਦਾ ਹੈ। Such classes have different types of children such as gifted, speech impaired, hearing impaired, mentally retarded and large number of average children। ਤਾਂ ਜੇ ਹੁਣ ਇਹ ਸਾਰਿਆਂ ਨੂੰ ਇਕੱਠੇ ਕਰ ਦਈਏ ਅਸੀਂ, ਵਿੱਚੇ ਗਿਫਟਡ ਹੋ ਗਏ, ਵਿੱਚੇ ਮੈਂਟਲੀ ਰਿਟਾਰਡਡ ਹੋ ਗਏ, ਵਿੱਚੇ ਹੀਅਰਿੰਗ ਇੰਪੇਅਰਡ ਹੋ ਗਏ, ਤਾਂ ਇਸ ਤਰ੍ਹਾਂ ਨਾਲ ਬਹੁਤ ਸਾਰੀ ਗਿਣਤੀ ਹੈ ਜਿਹੜੀ ਸਟੂਡੈਂਟਸ ਦੀ ਬਣ ਜਾਂਦੀ ਹੈ, ਵੈਰਾਈਟੀ ਹੈ ਜਿਹੜੀ ਉਹ ਜ਼ਿਆਦਾ ਵੱਧ ਜਾਂਦੀ ਹੈ। The teacher in such conditions has to devise a method of instruction which is suitable for all। ਤਾਂ ਇੱਥੇ ਅਧਿਆਪਕ ਨੂੰ ਇਹ ਸੋਚਣਾ ਪੈਂਦਾ ਹੈ ਕਿ ਸਾਰਿਆਂ ਲਈ ਕਿਹੜਾ ਮੈਥਡ ਟੀਚਿੰਗ ਦਾ ਹੈ, ਜਿਹੜਾ ਇੰਸਟਰਕਸ਼ਨ ਦਾ ਮੈਥਡ ਕਿਹੜਾ ਫੋਲੋ ਕਰਨਾ ਜ਼ਿਆਦਾ ਬਿਹਤਰ ਰਹੂਗਾ। ਬਟ ਪੁਟਿੰਗ ਦਿਸ ਇਨਟੂ ਪ੍ਰੈਕਟਿਸ ਇਜ਼ ਡਿਫਿਕਲਟ ਫॉर द ਟੀਚਰ। ਤਾਂ ਮੈਥਡ ਬਣਾਉਣਾ ਤਾਂ ਬਹੁਤ ਸੌਖਾ ਹੈ, ਸੋਚਣਾ ਵੀ ਸੌਖਾ ਹੈ, ਤਾਂ ਪਰ ਜਦੋਂ ਇੰਪਲੀਮੈਂਟੇਸ਼ਨ ਦਾ ਟਾਈਮ ਆਉਂਦਾ ਹੈ ਤਾਂ ਇਹ ਅਪਲਾਈ ਕਰਨਾ ਕਲਾਸਰੂਮ ਦੇ ਵਿੱਚ ਔਖਾ ਹੋ ਜਾਂਦਾ ਹੈ। ਬਿਕੋਜ਼ ਦਾ ਸਟੂਡੈਂਟਸ ਆਲਸੋ ਫੇਸ ਪ੍ਰੋਬਲਮਸ ਅੰਡਰਸਟੈਂਡਿੰਗ ਦਾ ਇੰਸਟਰਕਸ਼ਨ। ਕਿਉਂਕਿ ਜਿਹੜੇ ਸਟੂਡੈਂਟ ਨੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਮਿਕਸ ਇੱਕੋ ਹੀ ਕਲਾਸ ਦੇ ਵਿੱਚ ਪਾਏ ਹੋਣ, ਜੇ ਉਹ ਇੰਸਟਰਕਸ਼ਨ ਨੂੰ ਸਮਝਣ ਦੇ ਵਿੱਚ ਕਠਿਨਾਈ ਮਹਿਸੂਸ ਕਰਦੇ ਨੇ, ਇਸ ਲਈ ਉਹ ਸਪੈਸ਼ਲ ਜਿਹੜੀਆਂ ਕਲਾਸਾਂ ਦੀ ਮੰਗ ਕਰਦੇ ਨੇ ਅਤੇ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ। ਸਪੈਸ਼ਲ ਐਜੂਕੇਸ਼ਨਲ ਪ੍ਰੋਗਰਾਮ ਇਜ਼ ਡਿਜ਼ਾਈਨਡ ਨਾਟ ਓਨਲੀ ਟੂ ਹੈਲਪ ਦਾ ਐਕਸੈਪਸ਼ਨਲ ਚਿਲਡਰਨ but also to help the regular teacher so that he can devote most of the class time to a more homogeneous group। ਤਾਂ ਕਿ ਉਹ ਆਪਣਾ ਕਲਾਸ ਦਾ ਟਾਈਮ ਵੱਧ ਤੋਂ ਵੱਧ ਇੱਕਸਾਰ ਦੇ ਬੱਚਿਆਂ ਦੇ ਗਰੁੱਪ ਦੇ ਨਾਲ ਬਿਤਾ ਸਕੇ। ਸਪੈਸ਼ਲ ਐਜੂਕੇਸ਼ਨ ਇਜ਼ ਹੈਲਪਫੁਲ ਟੂ ਰੈਗੂਲਰ ਕਲਾਸ ਟੀਚਰ ਬਾਈ ਵਿਚ ਹੀ ਕੈਨ ਡਿਸਪੈਂਸ ਹਿਜ਼ ਡਿਊਟੀਜ਼ ਮੋਰ ਇਫੈਕਟਿਵਲੀ। ਸਪੈਸ਼ਲ ਕਲਾਸਾਂ ਜਿਹੜੀਆਂ ਨੇ ਰੈਗੂਲਰ ਕਲਾਸਾਂ ਵਾਲੇ ਟੀਚਰ ਲਈ ਬਹੁਤ ਜ਼ਿਆਦਾ ਵਰਦਾਨ ਸਾਬਤ ਹੁੰਦੀਆਂ ਨੇ, ਕਿਉਂਕਿ ਉਹ ਆਪਣੀ ਡਿਊਟੀ ਆ ਜਿਹੜੀ ਉਹ ਪ੍ਰਭਾਵਸ਼ਾਲੀ ਨਾਲ ਢੰਗ ਨਾਲ ਨਿਭਾ ਸਕਦਾ ਹੈ ਜੇ ਬੱਚੇ ਅਲੱਗ-ਅਲੱਗ ਕੀਤੇ ਹੋਏ ਹੋਣ। ਫਿਰ ਹੈਗਾ ਹੈਲਪਫੁਲ ਟੂ ਸੋਲਵ ਦਾ ਪ੍ਰੋਬਲਮਸ ਆਫ ਮਾਲ ਐਡਜਸਟਮੈਂਟ। ਤਾਂ ਜਿਹੜੀਆਂ ਮਾਲ ਐਡਜਸਟਮੈਂਟ ਦੀਆਂ ਪ੍ਰੋਬਲਮਸ ਹੁੰਦੀਆਂ ਨੇ ਉਹਨਾਂ ਨੂੰ ਸੋਲਵ ਕਰਨ ਲਈ ਵੀ ਸਪੈਸ਼ਲ ਐਜੂਕੇਸ਼ਨ ਆ ਜਿਹੜੀ ਉਹ ਇੰਪੋਰਟੈਂਟ ਆ। ਕਈ ਵਾਰੀ ਬੱਚੇ ਨੇ ਜਿਹੜੇ ਉਹ ਆਮ ਕਲਾਸ ਦੇ ਵਿੱਚ ਸਹੀ ਢੰਗ ਨਾਲ ਐਡਜਸਟਮੈਂਟ ਨਹੀਂ ਕਰ ਪਾਉਂਦੇ, ਉਹ ਵਿਹਲੇ ਬੈਠੇ ਰਹਿੰਦੇ ਨੇ ਜਾਂ ਨਿਕੰਮੇ ਬਣੇ ਬੈਠੇ ਰਹਿੰਦੇ ਨੇ, ਉਹਨਾਂ ਦੇ ਉੱਤੇ ਜਾਂ ਵਰਕ ਦਾ ਲੋਡ ਹੀ ਬਹੁਤ ਜ਼ਿਆਦਾ ਪੈ ਜਾਂਦਾ ਹੈ। ਇਸ ਲਈ ਉਹਨਾਂ ਨੂੰ ਜਿਹੜਾ ਅੰਗੇਜ ਰੱਖਣਾ ਬਹੁਤ ਔਖਾ ਹੋ ਜਾਂਦਾ ਹੈ। ਇੱਕ ਤਾਂ ਜਿਹੜੇ ਬਿਲਕੁਲ ਨਹੀਂ ਸਮਝਦੇ, ਇੱਕ ਜਿਹੜੇ ਨੇ ਉਹ ਬਿਨਾਂ
ਸਮਝਾਏ ਟੀਚਰ ਦੇ ਹੀ ਸਮਝ ਜਾਂਦੇ ਨੇ। ਇਸ ਤਰ੍ਹਾਂ ਦੇ ਬੱਚਿਆਂ ਨੂੰ, ਸਾਰੇ ਤਰ੍ਹਾਂ ਦੇ ਬੱਚਿਆਂ ਨੂੰ ਡੀਲ ਕਰਨਾ ਜਿਹੜਾ ਇੱਕੋ ਹੀ ਕਲਾਸ ਦੇ ਵਿੱਚ ਔਖਾ ਏ। ਅਤੇ ਇਸ ਤਰ੍ਹਾਂ ਦੇ ਬੱਚੇ ਨੇ ਜਿਹੜੇ ਉਹ ਸੋਸਾਇਟੀ ਦੇ ਵਿੱਚ ਅੱਗੇ ਜਾ ਕੇ ਐਡਜਸਟਮੈਂਟ ਨਹੀਂ ਕਰ ਪਾਉਂਦੇ ਜੇ ਅਸੀਂ ਉਹਨਾਂ ਨੂੰ ਸਕੂਲ ਦੇ ਦੌਰਾਨ ਹੀ ਸਪੈਸ਼ਲ ਐਜੂਕੇਸ਼ਨ ਦੇ ਵਿੱਚ ਮੌਕਾ ਨਾ ਦਈਏ। ਇਸ ਤੋਂ ਇਲਾਵਾ ਜੇ ਸਪੈਸ਼ਲ ਕਲਾਸਰੂਮ ਨੇ, ਸਪੈਸ਼ਲ ਐਜੂਕੇਸ਼ਨ ਆ, ਤਾਂ ਉਹ ਚੰਗੀ ਤਰ੍ਹਾਂ ਸੋਸਾਇਟੀ ਦੇ ਵਿੱਚ, ਘਰ ਦੇ ਵਿੱਚ ਅਤੇ ਸਕੂਲ ਦੇ ਵਿੱਚ ਐਡਜਸਟ ਕਰ ਸਕਦੇ ਨੇ। ਉਸ ਤੋਂ ਬਾਅਦ ਸਾਡੇ ਕੋਲ ਹੈਗਾ ਜੀ ਹੈਲਪਫੁਲ ਟੂ ਹੈਵ ਮੀਨਿੰਗਫੁਲ ਐਂਡ ਪਰਮਾਨੈਂਟ ਲਰਨਿੰਗ। ਅਰਥ ਭਰਪੂਰ ਅਤੇ ਪੱਕੀ ਜਿਹੜੀ ਸਿੱਖਣ ਸਮਰੱਥਾ ਹੈ, ਪੱਕਾ ਸਿੱਖਣਾ ਹੈ ਜਿਹੜਾ, ਉਹਦੇ ਲਈ ਲਾਭਦਾਇਕ ਆ ਸਪੈਸ਼ਲ ਐਜੂਕੇਸ਼ਨ। ਆਕਜ਼ਿਲਰੀ ਸਰਵਿਸਿਜ਼ ਜਿਹੜੀ ਆ, ਇਹਨਾਂ ਦੀ ਰਿਕੁਆਇਰਮੈਂਟ ਹੁੰਦੀ ਆ ਸਪੈਸ਼ਲ ਐਜੂਕੇਸ਼ਨ ਦੇ ਵਿੱਚ। ਆਰਥੋਪੈਡਿਕਲੀ ਹੈਂਡੀਕੈਪਡ ਰਿਕੁਆਇਰ ਫਿਜ਼ੀਕਲ ਥੈਰੇਪੀ, ਆਕੂਪੇਸ਼ਨਲ ਥੈਰੇਪੀ ਐਂਡ ਪੀਰੀਓਡਿਕ ਫਿਜ਼ੀਕਲ ਐਗਜ਼ਾਮੀਨੇਸ਼ਨ। ਫਿਜ਼ੀਕਲੀ ਹੈਂਡੀਕੈਪਡ ਨੇ ਜਿਹੜੇ, ਉਹਨਾਂ ਲਈ ਅਲੱਗ ਤਰ੍ਹਾਂ ਦੀ ਜ਼ਰੂਰਤ ਹੁੰਦੀ ਆ। ਬਲਾਈਂਡ ਜਿਹੜੇ ਬੱਚੇ ਨੇ, ਪਾਰਸ਼ੀਅਲ ਬਲਾਈਂਡ ਨੇ, ਹਾਰਡ ਆਫ ਹੀਅਰਿੰਗ ਨੇ ਜਿਹੜੇ, ਤਾਂ ਇਸ ਤੋਂ ਇਲਾਵਾ ਇਹਨਾਂ ਲਈ ਅਲੱਗ ਤੋਂ ਇੱਕ ਅਧਿਆਪਕਾਂ ਦਾ ਟੋਲਾ ਅਤੇ ਇੱਕ ਸਪੈਸ਼ਲ ਜਿਹੜਾ ਕਲਾਸਰੂਮ ਆ ਹੋਣਾ ਚਾਹੀਦਾ ਹੈ। ਤਾਂ ਇਹ ਜਿਹੜੀ ਚੀਜ਼ ਆ, ਇਹ ਸਪੈਸ਼ਲ ਐਜੂਕੇਸ਼ਨ ਨੇ ਹੀ ਸਾਡੀ ਜਿਹੜੀ ਆ ਪੂਰੀ ਕੀਤੀ ਆ। ਫਿਰ ਅੱਗੇ ਹੈਗਾ ਹੈਲਪਫੁਲ ਇਨ enable the handicapped children to participate in various activities। ਤਾਂ ਹੈਂਡੀਕੈਪਡ ਚਿਲਡਰਨ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਐਕਟੀਵਿਟੀਜ਼ ਦੇ ਵਿੱਚ ਪਾਰਟੀਸਪੇਟ ਕਰਾਉਣ ਲਈ ਜਿਹੜੀ ਇਸ ਤਰ੍ਹਾਂ ਦੀ ਸਪੈਸ਼ਲ ਐਜੂਕੇਸ਼ਨ ਆ ਉਹ ਮਹੱਤਵਪੂਰਨ ਆ, ਕਿਉਂਕਿ ਬੱਚਿਆਂ ਨੂੰ ਅਲੱਗ-ਅਲੱਗ ਐਕਟੀਵਿਟੀਜ਼ ਦੇ ਵਿੱਚ ਪਾਉਣ ਲਈ ਇੱਕੋ ਜਿਹਾ ਗਰੁੱਪ ਹੋਣਾ ਚਾਹੀਦਾ ਹੈ, ਕਿਉਂਕਿ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਬੱਚੇ ਨੇ ਉਹਨਾਂ ਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਉਹ ਇੱਕੋ ਹੀ ਗਰੁੱਪ 'ਚ ਪੂਰੀਆਂ ਨਹੀਂ ਹੋ ਸਕਦੀਆਂ। ਹਾਂ, ਇੱਕ ਜਿਹੜੀ ਨੀਡ ਆ ਉਹ ਇੱਕ ਗਰੁੱਪ ਲਈ ਜਿਹੜੀ ਨੀਡ ਆ ਉਹ ਗਰੁੱਪ ਉਸ ਤਰ੍ਹਾਂ ਬਣਾਏ ਜਾ ਸਕਦੇ ਨੇ, ਸਪੈਸ਼ਲ ਗਰੁੱਪ ਬਣਾਏ ਜਾ ਸਕਦੇ ਨੇ। ਜਿਸ ਤਰ੍ਹਾਂ ਦੀ ਹੈਂਡੀਕੈਪਡ ਕੰਡੀਸ਼ਨ ਆ ਬੱਚੇ ਦੀ, ਜਿਸ ਤਰ੍ਹਾਂ ਦੀਆਂ ਐਬਿਲਿਟੀਜ਼ ਨੇ, ਉਸ ਤਰ੍ਹਾਂ ਨਾਲ ਉਹਨਾਂ ਦੀ ਗਰੁੱਪਿੰਗ ਆ ਜਿਹੜੀ ਉਹ ਕੀਤੀ ਜਾ ਸਕਦੀ ਹੈ। ਤਾਂ ਇਸੇ ਲਈ ਜਿਹੜੇ ਸਪੈਸ਼ਲ ਸਕੂਲ ਨੇ ਉਹ ਸਾਨੂੰ ਜਿਹੜੇ ਨੇ ਬਹੁਤ ਜ਼ਿਆਦਾ ਹੀ ਮਹੱਤਵਪੂਰਨ ਸਥਾਨ ਰੱਖਦੇ ਨੇ ਸੋਸਾਇਟੀ ਦੇ ਵਿੱਚ। ਫਿਰ ਹੈਗਾ ਹੈਲਪਫੁਲ ਟੂ ਪ੍ਰੋਵਾਈਡ ਇਨਸਾਈਟ ਟੂ ਟੀਚਰਸ ਐਂਡ ਪੇਰੈਂਟਸ। ਤਾਂ ਜਿਹੜੇ ਸਪੈਸ਼ਲ ਸਕੂਲ ਨੇ ਉਹਨਾਂ ਦੇ ਵਿੱਚ ਪਰਸਨਲ ਵੀ ਸਪੈਸ਼ਲ ਹੁੰਦਾ ਹੈ, ਜਿਹੜੇ ਟੀਚਰ ਵੀ, ਐਜੂਕੇਟਰ ਵੀ ਸਪੈਸ਼ਲ ਹੁੰਦੇ ਨੇ। ਤਾਂ ਉਹ ਇਸ ਤਰ੍ਹਾਂ ਦੇ ਸਕੂਲ ਨੇ ਜਿਹੜੇ ਅਧਿਆਪਕਾਂ ਅਤੇ ਪੇਰੈਂਟਸ ਦੀ ਜਿਹੜੀ ਸਮਝਦਾਰੀ ਆ ਉਸ ਦੇ ਵਿੱਚ ਹੈਲਪਫੁਲ ਹੁੰਦੇ ਨੇ। ਇਟ ਹੈਲਪਸ ਇਨ ਦਾ ਪ੍ਰੋਸੈਸ ਆਫ ਐਡਜਸਟਮੈਂਟ ਆਫ ਦੀ ਚਿਲਡਰਨ ਇਨ ਦਾ ਸੋਸਾਇਟੀ। ਇਹ ਐਡਜਸਟਮੈਂਟ ਪ੍ਰਕਿਰਿਆ ਦੇ ਵਿੱਚ ਵੀ ਸਹਾਇਕ ਹੁੰਦੇ ਨੇ। ਦਾ ਐਟੀਟਿਊਡ ਆਫ ਦਾ ਸੋਸਾਇਟੀ ਵਿਲ ਅਲਟੀਮੇਟਲੀ ਬੀ ਚੇਂਜ ਟੂਵਰਡਸ ਦੈਮ। ਤਾਂ ਇਸ ਤਰ੍ਹਾਂ ਨਾਲ ਜਿਹੜਾ ਵਤੀਰਾ ਹੈ ਸਮਾਜ ਦਾ ਉਹ ਆਪਣੇ ਆਪ ਇਸ ਤਰ੍ਹਾਂ ਦੇ ਬੱਚਿਆਂ ਨਾਲ ਅਲੱਗ ਦਾ ਜਿਹੜਾ ਇਹ ਚੇਂਜ ਹੋ ਜਾਂਦਾ ਹੈ। ਦਾ ਪੇਰੈਂਟਸ ਐਂਡ ਦਾ ਟੀਚਰ ਆਰ ਅਵੇਅਰ ਆਫ ਸਟਰੈਂਥਸ ਐਂਡ ਵੀਕਨੈਸਿਸ ਆਫ ਦੇਅਰ ਚਿਲਡਰਨ। ਤਾਂ ਪੇਰੈਂਟਸ ਅਤੇ ਟੀਚਰ ਨੇ ਜਿਹੜੇ ਉਹ ਬੱਚਿਆਂ ਦੀਆਂ ਕਮੀਆਂ ਅਤੇ ਉਹਨਾਂ ਦੇ ਜਿਹੜੇ ਸ਼ਕਤੀਆਂ ਨੇ ਉਹਨਾਂ ਤੋਂ ਜਾਣੂ ਹੁੰਦੇ ਨੇ। ਤਾਂ ਇਸ ਤਰ੍ਹਾਂ ਨਾਲ ਜਿਹੜੇ ਸਪੈਸ਼ਲ ਐਜੂਕੇਸ਼ਨ ਆ ਉਹ ਸਾਨੂੰ ਜਿਹੜੀ ਆ ਉਹ ਹੈਲਪਫੁਲ ਹੁੰਦੀ ਆ ਇਨਸਾਈਟ ਦੇ ਵਿੱਚ। ਫਿਰ ਹੈਗਾ ਪ੍ਰੋਵਾਈਡਸ ਸਪੈਸ਼ਲ ਟੀਚਿੰਗ ਫੈਸਿਲਿਟੀਜ਼। ਸਪੈਸ਼ਲ ਟੀਚਿੰਗ ਫੈਸਿਲਿਟੀਜ਼ ਪ੍ਰੋਵਾਈਡ ਜਿਹੜੀਆਂ ਹੋਣਗੀਆਂ ਉਹ ਸਪੈਸ਼ਲ ਸਕੂਲ ਦੇ ਵਿੱਚ ਹੀ ਹੋਣਗੀਆਂ, ਸੋਸ਼ਲ ਜਿਹੜੀਆਂ ਸਪੈਸ਼ਲ ਨੀਡਸ ਵਾਲੇ ਬੱਚਿਆਂ ਲਈ ਹੋਣਗੀਆਂ। ਸਪੈਸ਼ਲ ਜਿਹੜੀ ਟੀਚਿੰਗ ਆ facilities are required to meet personal and social needs of exceptional children, so the additional facilities enable the children to realize the potentiality and to minimize the handicaps। ਤਾਂ ਇਹਨਾਂ ਦੀ ਜਿਹੜੀ ਅਸਮਰਥਤਾ ਨੂੰ ਘੱਟ ਕਰਨ ਲਈ ਇਸ ਤਰ੍ਹਾਂ ਦਾ ਮਟੀਰੀਅਲ ਹੈ ਜਿਹੜਾ ਇਹਨਾਂ ਨੂੰ ਰਿਕੁਆਇਰਡ ਹੋਣਾ ਚਾਹੀਦਾ ਹੈ, ਅਤੇ ਟੀਚਿੰਗ ਫੈਸਿਲਿਟੀਜ਼ ਨੇ ਜਿਹੜੀਆਂ ਉਸ ਦੇ ਅਕੋਰਡਿੰਗ ਹੀ ਹੋਣੀਆਂ ਚਾਹੀਦੀਆਂ ਨੇ। ਫਿਰ ਹੈਗਾ ਹੈਲਪਫੁਲ ਟੂ ਹੈਵ ਸਿਲੈਕਟਿਵ ਪਲੇਸਮੈਂਟ।
ਸਿਲੈਕਟਿਵ ਪਲੇਸਮੈਂਟ ਦਾ ਮਤਲਬ ਇੱਕ ਤਰ੍ਹਾਂ ਦਾ ਕੋਟਾ ਸਿਸਟਮ ਜਿਹਦੇ ਵਿੱਚ ਜਿਹੜਾ ਹੈਂਡੀਕੈਪਡ ਕੋਟਾ ਹੈ ਉਹ ਨਿਰਧਾਰਤ ਹੁੰਦਾ ਹੈ ਅਤੇ ਇਹਨਾਂ ਦੀ ਪਲੇਸਮੈਂਟ ਆ ਜਿਹੜੀ ਇਸ ਤਰ੍ਹਾਂ ਦੇ ਬੱਚਿਆਂ ਦੀ ਉਹ ਕੰਮ ਦੇ ਵਿੱਚ ਹੋ ਜਾਂਦੀ ਹੈ। It involves the complete assessment of children as well as their social environment by professionally qualified experts from different fields। ਤਾਂ ਇਹ ਜਿਹੜਾ ਪ੍ਰੋਗਰਾਮ ਆ ਸਪੈਸ਼ਲ ਐਜੂਕੇਸ਼ਨ ਦਾ ਇਹ ਪੂਰੀ ਤਰ੍ਹਾਂ ਨਾਲ ਬੱਚਿਆਂ ਦੁਆਰਾ, ਸਕੂਲ ਦੇ ਇਨਵਾਇਰਮੈਂਟ ਦੁਆਰਾ ਅਤੇ ਪ੍ਰੋਫੈਸ਼ਨਲੀ ਕੁਆਲੀਫਾਈਡ ਐਕਸਪਰਟ ਨੇ ਜਿਹੜੇ ਉਹਨਾਂ ਦੁਆਰਾ ਜਿਹੜਾ ਇਹ ਦੇਖਿਆ ਜਾਂਦਾ ਹੈ ਜਾਂ ਇਹ ਸਾਰੇ ਜਣੇ ਇਹਦੇ ਵਿੱਚ ਸ਼ਾਮਲ ਹੁੰਦੇ ਨੇ। ਤਾਂ ਸਪੈਸ਼ਲ ਜਿਹੜੇ ਐਕਸਪਰਟਸ ਨੇ ਉਹਨਾਂ ਦੇ ਵਿੱਚ ਡਾਕਟਰ, ਆਡੀਓਲੋਜਿਸਟ, ਸਾਈਕੋਲੋਜਿਸਟ, ਪੈਥੋਲੋਜਿਸਟ, ਸਾਈਕੈਟ੍ਰਿਕ, ਪੀਡੀਆਟ੍ਰਿਕਸ਼ੀਅਨ, ਨਿਊਰੋਲੋਜਿਸਟ, ਐਜੂਕੇਸ਼ਨਲ ਪਰਸੋਨਲ, ਇਹ ਸਾਰੇ ਜਿਹੜੇ ਨੇ ਉਹ ਸ਼ਾਮਲ ਹੁੰਦੇ ਨੇ। ਤਾਂ ਇਸ ਲਈ ਜਿਹੜੀ ਸਪੈਸ਼ਲ ਐਜੂਕੇਸ਼ਨ ਮਹੱਤਵਪੂਰਨ ਆ, ਕਿਉਂਕਿ ਜੇ ਸਪੈਸ਼ਲ ਸਕੂਲ ਹੋਣਗੇ ਤਾਂ ਹੀ ਸਪੈਸ਼ਲ ਜਿਹੜਾ ਇਹ ਪਰਸੋਨਲ ਆ ਉਹਦੇ ਵਿੱਚ ਹੋਊਗਾ। ਫਿਰ ਹੈਗਾ ਹੈਲਪਫੁਲ ਟੂ ਐਂਟਰ ਇਨਟੂ ਦਾ ਕੈਰੀਅਰ ਆਫ ਦੇਅਰ ਚੋਇਸ। ਸਪੈਸ਼ਲ ਐਜੂਕੇਸ਼ਨ ਆ ਜਿਹੜੀ ਉਹ ਸਪੈਸ਼ਲ ਬੱਚਿਆਂ ਨੂੰ, ਐਕਸੈਪਸ਼ਨਲ ਜਾਂ ਪਿਛੜੇ ਹੋਏ ਬੱਚਿਆਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਕੈਰੀਅਰ ਦੀ ਚੋਣ ਕਰਵਾਉਂਦੀ ਆ। ਹੈਂਡੀਕੈਪਡ ਜਿਹੜੇ ਬੱਚੇ ਨੇ ਉਹ ਵੀ ਜੋਬ ਲਈ ਫਿੱਟ ਹੋ ਸਕਦੇ ਨੇ, ਪਰ ਉਹਨਾਂ ਨੂੰ ਸਪੈਸ਼ਲ ਵੋਕੇਸ਼ਨਲ ਟ੍ਰੇਨਿੰਗ ਦੀ ਜ਼ਰੂਰਤ ਆ ਜਿਹੜੀ ਵੋਕੇਸ਼ਨਲ ਸਪੈਸ਼ਲ ਸਕੂਲਾਂ ਦੇ ਵਿੱਚ ਦਿੱਤੀ ਜਾਂਦੀ ਆ। ਇਸ ਲਈ ਜਿਹੜੇ ਇਹ ਸਕੂਲ ਨੇ ਇਹ ਬੱਚੇ ਨੂੰ ਵੋਕੇਸ਼ਨਲ ਟ੍ਰੇਨਿੰਗ ਦੇਣ ਲਈ ਵੀ ਹੈਲਪਫੁਲ ਨੇ। ਫਿਰ ਹੈਲਪਫੁਲ ਟੂ ਡਿਵੈਲਪ ਰੀਅਲਿਸਟਿਕ ਐਂਡ ਪੋਜ਼ੀਟਿਵ ਸੈਲਫ ਕਨਸੈਪਟ ਬਣਾਉਣ ਲਈ ਹੈਂਡੀਕੈਪਡ ਬੱਚਿਆਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਐਜੂਕੇਸ਼ਨ ਆ, ਸਪੈਸ਼ਲ ਐਜੂਕੇਸ਼ਨ ਆ ਜਿਹੜੀ ਉਹ ਦਿੱਤੀ ਜਾਂਦੀ ਆ ਤਾਂ ਕਿ ਉਹ ਨੇ ਸੁਸਾਇਟੀ ਦੇ ਵਿੱਚ ਚੰਗੀ ਤਰ੍ਹਾਂ ਉਹ ਘੁਲ ਮਿਲ ਜਾਣ ਅਤੇ ਆਪਣੇ ਆਪ ਨੂੰ ਅਲੱਗਦਾ ਮਹਿਸੂਸ ਨਾ ਕਰਨ। ਪਰ ਜਦੋਂ ਐਜੂਕੇਸ਼ਨ ਦੀ ਵਾਰੀ ਆ ਤਾਂ ਐਜੂਕੇਸ਼ਨ ਉਹਨਾਂ ਨੂੰ ਸਪੈਸ਼ਲ ਢੰਗ ਨਾਲ ਹੀ ਦਿੱਤੀ ਜਾਣੀ ਚਾਹੀਦੀ ਹੈ। ਫਿਰ ਅੱਗੇ ਹੈਗਾ ਪ੍ਰੀਪੇਅਰ ਫਾਰ ਅਡਲਟ ਲਾਈਫ। ਤਾਂ ਇਸ ਤਰ੍ਹਾਂ ਦੀ ਐਜੂਕੇਸ਼ਨ ਹੈਂਡੀਕੈਪਡ ਸਟੂਡੈਂਟਸ ਨੂੰ, ਐਕਸੈਪਸ਼ਨਲ ਸਟੂਡੈਂਟਸ ਨੂੰ ਭਵਿੱਖ ਲਈ ਤਿਆਰ ਕਰਦੀ ਆ, ਆਪਣੀ ਬਾਲਗ ਜ਼ਿੰਦਗੀ ਲਈ ਤਿਆਰ ਕਰਦੀ ਆ ਅਤੇ ਉਹਨਾਂ ਨੂੰ ਲਾਈਫ ਦੇ ਚੈਲੰਜ ਸਵੀਕਾਰ ਕਰਨ ਲਈ ਤਿਆਰ ਕਰਦੀ ਆ। ਤਾਂ ਇਹ ਸੀਗੀਆਂ ਸਪੈਸ਼ਲ ਐਜੂਕੇਸ਼ਨ ਦੀਆਂ ਕਰੈਕਟਰਿਸਟਿਕਸ, ਇੰਪੋਰਟੈਂਸ, ਮੀਨਿੰਗ, ਸਾਰਾ ਕੁਛ ਅਸੀਂ ਕੀਤਾ ਹੈ। ਤਾਂ ਇਸ ਵੀਡੀਓ ਦੇ ਵਿੱਚ ਅਸੀਂ ਇੰਪੋਰਟੈਂਸ ਕੀਤੀ ਆ। ਤਾਂ ਇਹ ਟੌਪਿਕ ਆ ਜਿਹੜਾ ਤੁਹਾਡਾ ਸਿਲੇਬਸ ਦਾ ਫਸਟ ਟੌਪਿਕ ਇੱਥੇ ਕੰਪਲੀਟ ਹੁੰਦਾ ਹੈ। ਅੱਗੇ ਨੈਕਸਟ ਟੌਪਿਕ ਕਰਾਂਗੇ ਪੂਰਾ। ਓਕੇ, ਥੈਂਕਸ।